हाँ जी मैडम, आज तुसी प्रेस कॉन्फ्रेंस कर रहे हो, की ਤੁਹਾਡਾ कहना इस बारे? सर एक्चुअली मैं आज प्रेस कॉन्फ्रेंस इस बिहाफ ते कर रही हूँ। सारिਆਂ ਨੂੰ ਪਤਾ ਆ ਮੈਂ ਪੌਕਸੋ ਕੇਸ ਦੀ ਵਿਕਟਮ ਆ ਕਪੂਰਥਲਾ ਕੇਸ ਦੇ ਵਿੱਚ। ਮੇਰਾ ਕੇਸ ਸਾਰਿਆਂ ਨੂੰ ਪਤਾ ਆ। ਰੀਸੈਂਟਲੀ ਮੈਨੂੰ ਉਸ ਕੇਸ ਦੇ ਰਿਲੇਟਡ ਬਹੁਤ ਜ਼ਿਆਦਾ ਥ੍ਰੈਟਸ ਵੀ ਆਉਂਦੇ, ਧਮਕੀਆਂ ਵੀ ਆਉਂਦੀਆਂ ਕਿ ਮੈਂ ਕੇਸ ਵਾਪਸ ਲੈ ਲਾਂ। ਮੇਰੇ ਆਪੋਜੀਸ਼ਨ ਵਾਲਿਆਂ ਵੱਲੋਂ ਰਾਜੀਨਾਮੇ ਲਈ ਬਹੁਤ ਜ਼ਿਆਦਾ ਫੋਰਸ ਕੀਤਾ ਜਾਂਦਾ ਹੈ। ਐਸੇ ਰਿਲੇਟਡ ਹੀ ਮੈਂ ਇੱਕ ਐਪਲੀਕੇਸ਼ਨ 21 ਅਪ੍ਰੈਲ ਨੂੰ ਸਿਟੀ ਥਾਣੇ ਦਿੱਤੀ ਸੀ, ਜਿਹਦੇ ਵਿੱਚ ਕੰਪਰੋਮਾਈਜ਼ ਨੂੰ ਲੈ ਕੇ ਕੁਝ ਲੋਕ ਮੇਰੇ ਕੋਲ ਆਏ ਸੀ। ਮੇਰੇ ਆਪੋਜੀਸ਼ਨ ਵਾਲਿਆਂ ਨੇ ਉਹਨਾਂ ਨੂੰ ਭੇਜਿਆ ਸੀਗਾ, ਜਿਹਦਾ ਨਾਮ ਹੈਗਾ ਆ ਰਾਜੂ ਸ਼ਰਮਾ, ਉਹਦੀ ਵਾਈਫ ਰੋਜ਼ੀ ਬਾਲਾ, ਉਹਦੀ ਮਾਂ ਆਸ਼ਾ ਐਂਡ ਜੇਤਲੀ ਐਰੀ। ਆ ਬੰਦੇ ਆਏ ਸੀਗੇ ਰਾਤ ਨੂੰ 10 ਵਜੇ ਆ ਕੇ। ਇਹਨਾਂ ਨੇ ਮੇਰੇ ਫਾਦਰ ਨਾਲ ਕੁੱਟਮਾਰ ਕੀਤੀ, ਉਹਨਾਂ ਤੇ ਜਾਨਲੇਵਾ ਪੂਰਾ ਹਮਲਾ ਕੀਤਾ ਐਂਡ ਉਹਨਾਂ ਨੂੰ ਰਾਜੀਨਾਮੇ ਲਈ ਫੋਰਸ ਕੀਤਾ। ਜਦ ਕਿ ਉਸੇ ਟਾਈਮ ਮੇਰੇ ਫਾਦਰ ਨੂੰ ਮੁਹੱਲੇ ਵਾਲੇ ਜਦੋਂ ਇਕੱਠੇ ਹੋ ਗਏ ਰੋਲਾ ਪੈ ਕੇ, ਉਹਨਾਂ ਨੂੰ ਸਿਟੀ ਥਾਣੇ ਲੈ ਕੇ ਜਾਇਆ ਗਿਆ ਸੀ। ਐਪਲੀਕੇਸ਼ਨ ਦਿੱਤੀ, FIR ਦਰਜ ਹੋਈ। ਉਸ ਤੋਂ ਬਾਅਦ ਸਰ ਉਹ ਬੰਦੇ ਭਗੌੜੇ। ਪਹਿਲੀ ਗੱਲ, ਪ੍ਰਸ਼ਾਸਨ ਨੇ ਉਹਨਾਂ ਨੂੰ ਅਰੈਸਟ ਨਹੀਂ ਕੀਤਾ। ਚਲੋ ਅਸੀਂ ਇੱਕ ਆਪਣਾ ਮੈਟਰ ਰੱਖਤਾ ਸਾਈਡ ਤੇ। ਸੈਕੰਡਲੀ, ਰੀਸੈਂਟਲੀ ਕਪੂਰਥਲੇ ਦੇ ਵਿੱਚ ਇੱਕ ਕਤਲ ਕੇਸ ਹੁੰਦਾ ਆ, ਜਿਹਦੇ ਵਿੱਚ ਸੇਮ ਆਹੀ ਬੰਦਾ ਰਾਜੂ ਸ਼ਰਮਾ, ਕਤਲ ਕੇਸ ਸਾਰਿਆਂ ਨੂੰ ਪਤਾ ਆ, ਜਤਿੰਦਰ ਧਨੀਏ ਦਾ ਜਿਹੜਾ ਕਤਲ ਕੇਸ ਹੋਇਆ ਤੇ ਸੇਮ FIR ਦੇ ਵਿੱਚ ਰਾਜੂ ਸ਼ਰਮਾ ਫਿਰ ਆਹੀ ਕਲਪਰੇਟ ਆ, ਆਹੀ ਦੋਸ਼ੀ ਆ। ਮੈਂ ਸਰ ਪ੍ਰਸ਼ਾਸਨ ਨੂੰ ਆ ਕਹਿੰਨੀ ਆ, ਈਵਨ ਆ ਬੰਦਾ ਦੋਸ਼ੀ ਆ, ਹਜੇ ਤੱਕ ਅਰੈਸਟ ਕਿਉਂ ਨਹੀਂ ਹੋਇਆ ਜਦਕਿ ਮਰਡਰ ਕੇਸ ਦੇ ਵਿੱਚ ਆ। ਰੀਸੈਂਟਲੀ ਸਰ ਕੱਲ ਹੁਸ਼ਿਆਰਪੁਰ ਦੇ ਵਿੱਚ ਰਾਜੂ ਸ਼ਰਮਾ ਵੱਲੋਂ ਇੱਕ ਐਪਲੀਕੇਸ਼ਨ ਲਗਾਈ ਗਈ ਸੀ ਕਿ ਮੇਰੀ ਕਪੂਰਥਲੇ ਦੇ ਵਿੱਚ ਸੁਣਵਾਈ ਨਹੀਂ ਹੋਈ, ਜੋ ਕਿ ਇਹਨਾਂ ਨੇ ਮੇਰੇ ਫਾਦਰ ਤੇ ਹਮਲਾ ਕੀਤਾ ਸੀਗਾ। ਆ ਬੰਦਾ ਮਰਡਰ ਕੇਸ ਦੇ ਵਿੱਚ ਭਗੌੜਾ ਆ, ਫਿਰ ਆ ਹੁਸ਼ਿਆਰਪੁਰ ਜਾ ਕੇ ਆਪਣੇ ਬਿਆਨ ਰਿਕਾਰਡ ਕਰਵਾ ਕੇ ਆ ਗਿਆ। ਸਾਨੂੰ ਇਸ ਚੀਜ਼ ਦਾ ਬਿਲਕੁਲ ਪਤਾ ਨਹੀਂ ਸੀਗਾ, ਇਲਮ ਨਹੀਂ ਸੀਗਾ। ਕੱਲ ਜਦੋਂ ਮੈਂ, ਮੇਰੀ ਫੈਮਿਲੀ, ਮੇਰੇ ਨਾਲ ਮੇਰੇ ਲਾਇਰਸ, ਈਵਨ ਗਾਰਡ, ਕਿਉਂਕਿ ਮੈਂ ਸਿਕਿਉਰਿਟੀ ਮੈਨੂੰ ਸਰਕਾਰ ਵੱਲੋਂ ਪ੍ਰੋਵਾਈਡ ਆ, ਉਸ ਤੋਂ ਬਿਨਾਂ ਅਸੀਂ ਜਾ ਨਹੀਂ ਸਕਦੇ ਬਾਹਰ ਕਿਤੇ ਵੀ। ਜਦੋਂ ਅਸੀਂ ਗਏ ਤੇ ਉੱਥੇ ਜਾ ਕੇ ਪਹਿਲਾਂ ਤੇ ਜਿਹੜੇ ਉੱਥੇ SP ਹੈਗੇ ਸੀਗੇ, SP ਮੈਂ ਇੱਕ ਸੈਕਿੰਡ ਤੁਹਾਨੂੰ ਉਹਨਾਂ ਦਾ ਨਾਮ, SP ਮੇਜਰ ਸਿੰਘ ਜਿਹੜੇ ਹੈਗੇ, ਉਹਨਾਂ ਦਾ ਬਿਹੇਵ ਬਿਲਕੁਲ ਆਪੋਜ਼ਿਟ, ਉਹਨਾਂ ਦੇ ਲੀਡਰ ਦਾ ਬਿਹੇਵ ਬਿਲਕੁਲ ਆਪੋਜ਼ਿਟ। ਅਸੀਂ ਜਾ ਕੇ ਕੋਈ ਗੱਲ ਨਹੀਂ, ਚਲੋ ਕਹਿੰਦੇ ਤੁਸੀਂ ਬਿਆਨ ਕਰਵਾਓ, ਬਿਆਨ ਕਰਵਾਓ। ਜਦੋਂ ਅਸੀਂ ਬਿਆਨ ਕਰਵਾਏ, ਬਿਆਨ ਡਿਊਰਿੰਗ ਦੇ ਬਿਆਨ ਮੇਰੇ ਫਾਦਰ ਨੂੰ ਇਹਨਾਂ ਨੇ ਇੰਨਾ ਜ਼ਿਆਦਾ ਹੈਰੈਸਮੈਂਟ ਕੀਤੀ, ਨਹੀਂ ਐਦਾਂ ਨਹੀਂ, ਸਾਡੇ ਬਿਆਨ ਦੇ ਵਿੱਚ ਬਹੁਤ ਇਹਨਾਂ ਨੇ ਘਪਲਾ ਕੀਤਾ, ਆਹ ਲਾਈਨ ਐਦਾਂ ਲਿਖਣੀ, ਆਹ ਲਾਈਨ ਉੱਦਾਂ ਲਿਖਣੀ। ਚਲੋ ਸਾਡੇ ਲਾਇਰ ਨਾਲ ਬੈਠੇ ਹੋਏ ਸੀਗੇ। ਜਦੋਂ ਸਾਡੇ ਲਾਇਰ ਨੇ ਇਹਨਾਂ ਨੂੰ ਪੁੱਛਿਆ, ਪਹਿਲਾਂ ਅਸੀਂ SP ਸਾਹਿਬ ਨੂੰ ਚੀਜ਼ ਪੁੱਛੀ ਕਿ ਸਰ ਕੀ ਇਹਨਾਂ ਦੇ ਬਿਆਨ ਹੋ ਗਏ, ਜਿਹੜਾ ਰਾਜੂ ਸ਼ਰਮਾ, ਉਹਦੀ ਵਾਈਫ ਰੋਜੀ ਬਾਲਾ, ਆਸ਼ਾ ਉਹਦੀ ਮਾਂ ਤੇ ਨਾਲ ਜਿਹੜੇ ਜੈਕਲੀ ਹੈਗੀ ਸੀ, ਕਹਿੰਦੇ ਸਰ ਅਸੀਂ ਤੁਹਾਡੇ ਬਿਆਨਾਂ ਤੋਂ ਬਾਅਦ ਇਹਨਾਂ ਦਾ ਬਿਆਨ ਕਰਵਾਵਾਂਗੇ। ਜਦੋਂ ਰੀਡਰ ਨੂੰ ਆ ਚੀਜ਼ ਪੁੱਛੀ ਗਈ, ਉਹ ਕਹਿੰਦਾ ਜੀ ਉਹ ਬਿਆਨ ਕਰਵਾ ਕੇ ਚਲੇ ਗਏ। ਸਰ ਮੈਂ ਆ ਚੀਜ਼ ਪ੍ਰਸ਼ਾਸਨ ਨੂੰ ਪੁੱਛਦੀ ਆ, ਮਰਡਰ ਕੇਸ ਜਿਹੜਾ ਰੀਸੈਂਟਲੀ ਹੋਇਆ ਸੀ ਇੰਨਾ ਹਾਈਲਾਈਟਡ ਆ, ਠੀਕ ਹੈ, ਤੇਰਾ ਬੰਦਾ ਭਗੌੜਾ ਆ, ਸਰਕਾਰ ਨੇ ਇਹਨੂੰ ਫੜਿਆ ਕਿਉਂ ਨਹੀਂ? ਉਹ ਬੰਦਾ ਆ ਕੇ ਬਿਆਨ ਕਰਵਾ ਕੇ ਜਾ ਰਿਹਾ, ਪੁਲਿਸ ਪ੍ਰਸ਼ਾਸਨ ਕਿੱਥੇ ਆ? ਇਹਦਾ ਮਤਲਬ ਆਇਆ ਕਿ ਪੁਲਿਸ ਪ੍ਰਸ਼ਾਸਨ ਨਾਲ ਮਿਲਿਆ ਹੋਇਆ ਆ, ਨਾਲ ਮਿਲ ਕੇ ਉਹਨਾਂ ਨੂੰ ਦੜਾ ਰਿਹਾ ਆ। ਐਂਡ ਕਹਿ ਰਹੇ ਕਿ ਅਸੀਂ ਫੋਨ, ਜਦੋਂ ਅਸੀਂ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਇਹਨਾਂ ਅਰੈਸਟ ਹੀ ਨਹੀਂ ਕੀਤਾ, ਕੱਲ ਉਹ ਬੰਦਾ ਉੱਥੇ ਆਇਆ ਸੀਗਾ, ਸਾਡਾ ਪ੍ਰੋਪਰ ਟਰੈਕ ਸੀਗਾ, ਸਾਨੂੰ ਕੱਲ ਕੁਝ ਵੀ ਹੋ ਸਕਦਾ ਸੀ, ਮੈਨੂੰ, ਮੇਰੀ ਫੈਮਿਲੀ ਨੂੰ, ਈਵਨ ਕਿ ਮੇਰੇ ਲਾਇਰ ਤੱਕ ਨੂੰ। ਅੱਗੇ ਉਹਨਾਂ ਦਾ ਰਿਪਲਾਈ ਸੀ ਕਿ ਅਸੀਂ ਜੀ ਇਹਨਾਂ ਦੇ ਫੋਨ ਟੈਪਿੰਗ ਤੇ ਲਾਏ ਹੋਏ ਆ, ਸਾਨੂੰ ਜਿੱਥੇ ਲੋਕੇਸ਼ਨ ਮਿਲਦੀ ਹੈ ਇਹਨਾਂ ਨੂੰ ਫੜ ਲੈਣੇ ਆ। ਜੇ ਫੋਨ ਟੈਪਿੰਗ ਤੇ ਅਸਰ, ਇਹਨਾਂ ਨੇ ਉੱਥੇ ਆਪਣੇ ਕੁਝ ਡਾਕੂਮੈਂਟ ਸਬਮਿਟ ਕਰਵਾਏ ਸੀਗੇ ਜੋ ਕਿ ਬੇਬੁਨਿਆਦ ਸੀਗੇ, ਉੱਥੇ ਵੀ ਉਹਨਾਂ ਨੇ ਕਲੀਅਰ ਕੀਤਾ। ਉਹ ਡਾਕੂਮੈਂਟ ਉਹਨਾਂ ਨੇ ਫੋਨ ਚੋਂ ਕੱਢ ਕੇ ਦਿੱਤੇ, ਫੋਨ ਤੋਂ ਔਨ ਕੀਤਾ ਹੋਊਗਾ ਆਪਣੇ ਡਾਕੂਮੈਂਟਸ ਕੱਢਣ ਲਈ, ਫਿਰ ਕਿੱਦਾਂ ਕਹਿ ਸਕਦੇ ਕਿ ਬੰਦੇ ਦਾ ਸਾਨੂੰ ਪਤਾ ਨਹੀਂ ਚੱਲ ਰਿਹਾ? ਐਂਡ ਭਗੌੜਾ ਆ। ਸਰ ਮੈਂ ਆ ਚੀਜ਼ ਪ੍ਰਸ਼ਾਸਨ ਨੂੰ, ਮੈਂ ਕੱਲ ਵੀ ਗਈ ਤੇ ਅੱਜ ਵੀ ਗਈ, ਮੇਰੇ ਫੋਨ 'ਚ ਪ੍ਰੋਪਰ ਡਿਟੇਲਸ ਆ। ਮੈਂ ਕੀ SP ਸਾਹਿਬ ਨੂੰ ਚੀਜ਼ SSP ਸਾਹਿਬ ਨੂੰ, ਆਪਣੇ ਕਪੂਰਥਲੇ SSP ਸਾਹਿਬ ਨੂੰ ਵੀ ਦੱਸੀ, DSP ਸਰ ਨੂੰ ਵੀ, ਉਹਨਾਂ ਕੋਲ ਇਨਵੈਸਟੀਗੇਸ਼ਨ ਚੱਲਦੀ ਸੀ, ਅਸੀਂ ਬਾਰ-ਬਾਰ ਗਏ ਆ ਅਟੈਂਡ ਕਰਨ ਲਈ ਕਿ ਸਾਨੂੰ, ਸਾਡੇ ਨਾਲ ਇਨਸੀਡੈਂਟ ਹੋਣ ਤੋਂ ਬਾਅਦ ਵੀ ਸਾਨੂੰ ਇੰਨਾ ਹੈਰੈਸਮੈਂਟ ਕੀਤਾ ਗਿਆ ਆ। ਹੁਣ ਸਰ ਕੀ ਚਾਹੁੰਦਾ ਪ੍ਰਸ਼ਾਸਨ? ਇੱਕ ਕਤਲकांड ਹੋ ਗਿਆ, ਦੁਬਾਰਾ ਫਿਰ ਤੋਂ ਚਾਹੁੰਦੇ ਹੈਗੇ ਆ ਰਾਜੂ ਸ਼ਰਮਾ ਜੋ ਭਗੌੜਾ ਆ, ਜੋ ਮਰਡਰ ਕਰਕੇ ਭੱਜ ਗਿਆ, ਪ੍ਰਸ਼ਾਸਨ ਉਹਨੂੰ ਨਹੀਂ ਫੜ ਰਹੀ, ਉਹਦੇ ਤੇ ਕੋਈ ਐਲੀਗੇਸ਼ਨ ਨਹੀਂ, ਉਹ ਆ ਕੇ ਆਪਣੀ ਗਵਾਹੀਆਂ ਦੇ ਕੇ ਜਾ ਰਿਹਾ ਹੈ, ਫਿਰ ਵੀ ਉਹਨੂੰ ਕੁਝ ਨਹੀਂ ਫੜ ਰਹੇ, ਜਦ ਕਿ ਉਹਨੂੰ ਅਰੈਸਟ ਕਰਨਾ ਇਹਨਾਂ ਦਾ ਫਰਜ਼ ਸੀਗਾ। ਹੁਣ ਤੁਹਾਡੇ ਤੇ ਉਹਨਾਂ ਨੇ ਕਿਹੜੀ ਕੰਪਲੇਂਟ ਪਾਈ ਆ? ਸਰ ਸਾਡੇ ਤੇ ਉਹਨਾਂ ਨੇ ਆ ਪਾਈ ਹੈਗੀ, ਜਿਹੜੇ ਮੇਰੇ ਫਾਦਰ ਵਾਲਾ ਕੇਸ ਸੀ, ਜਿਹਦੇ ਚ ਰਾਜੀਨਾਮੇ ਲਈ ਆਏ ਸੀਗੇ ਪੌਕਸੋ ਕੇਸ ਦੇ ਵਿੱਚ ਮੇਰੇ ਫਾਦਰ ਦੇ ਕੋਲ, ਕਿ ਸਾਡੀ ਇਹਦੇ ਚ ਕਪੂਰਥਲਾ ਵਾਲਿਆਂ ਨੇ ਸੁਣਵਾਈ ਨਹੀਂ ਕੀਤੀ। सर बिना पॉइंट दे बिना भी हाफ से कितना कोई कर लूगा, साढ़े को सारे एविडेंस है। प्रॉपर सुनवाई इस केस में की गई थी, यहाँ के सारे डिपार्टमेंट ने इसकी सुनवाई करी, सुनवाई करके सबमिट हुई है ऊपर रिपोर्ट की, भाई कोई ऐसी तरीके की चीज नहीं पाई गई।
वही सेम डेट जिस दिन इस विक्टिम का मेन पॉस्को केस की जिस डेट में बयान होने थे, जिस जगह पे कोर्ट की डेट है, उसी दिन उनका भी फोन आता है कि आपको होशियारपुर में आपकी भी डेट है। सेम डेट पे एक आदमी दो जगह कैसे जा सकता है? दूसरी चीज, एक आदमी हत्या करके जिसको यहाँ की पुलिस कह रही है कि वो गायब है, फरार है, वो बंदा यहां से 50 किलोमीटर दूर जाके पुलिस प्रशासन के बीच में विद सीसीटीवी फुटेज के साथ वो बंदा बयान दे करके वहां से निकल जाता है। और वो कहते हैं कि जी हमको तो इसका नॉलेज ही नहीं है। ऐसे कैसे हो सकता है? आप बताइए कि कोई किसी का हत्या करके, हम बोलते हैं हमारा केस एक तरफ है, एक साइड है। उसके बाद इस केस से भी रिलेटेड मैं आपको बताऊं, जब ये हमारे साथ ये वारदात हुई थी, हमने बार बार जाकर के थाने में या पूरे सारे अधिकारियों के बीच में ये बात बोली थी कि इनका षड्यंत्र, इनका प्लान कुछ इस तरीके का है। क्योंकि कुछ वीडियोस जो हमने निकाली थी उसमें वो प्रॉपर बोल रहा है कि उन्होंने मरना है, इन्होंने मारना है। वो फुटेज हमने प्रॉपर सबमिट करी है सरकार को। उसके बावजूद उस पर इतनी डिनाई किया गया और उसके 10 दिन के बाद ही जितेंद्र सहगल का हत्या हो गया। उसके हत्या के बाद में ये बंदा गायब है, प्रॉपर मिल रहा है। बोले फोन ट्रैप में लगा हुआ, फोन जैसे ही चालू होगा वो फोन के स्क्रीनशॉट शेयर कर रहा है रीडर को, मतलब फोन भी ऑन कर रहा है। सरकार उसको बोल रही है कि जी वो तो मिल नहीं रहा है, गायब है। वो प्रॉपर जिस जगह पर है, हमने इसकी इन्वेस्टिगेशन जो है दिल्ली में बिठा ली है। हमने कल प्रॉपर दिल्ली में इसकी सारी रिपोर्ट सबमिट करी, हमको दिल्ली बुलाया गया है और हम इसकी जांच, हम यहाँ की प्रशासन से अनुरोध करते हैं कि इस बंदे को जल्दी से जल्दी पकड़ा जाए। क्योंकि इस तरीके के व्यक्ति जो बाहर घूम रहे हैं, जिन्होंने एक हत्या कर चुके हैं, क्या प्रशासन ये चाह रहा है कि दूसरा कुछ ऐसी चीजें हो जाए? यहाँ इंसान की कोई कीमत नहीं है, कोई कीमत नहीं। ये तो ये बोल रहे हैं हमको मिल नहीं रहा। उनका जो लिंक है वो पॉलिटिशियंस के साथ भी, राजू का लिंक है, ऊपर अधिकारियों के साथ भी लिंक है। हम तो फिर ये मान ले कि प्रशासन एक दोषी का साथ दे रहा है। सबसे पहली चीज सर, मैं आपसे फर्स्ट टाइम मिला हूं आज। मैं अंदर आया हूं आपके ऑफिस में, एसपी साहब के पास जब मैं पहुंचा होशियारपुर, एसपी साहब का पहली चीज तो किसी के साथ हम सलाम करते हैं, नमस्ते करते हैं, सत श्री अकाल करते हैं, बैठते हैं। उनकी स्टार्टिंग जो थी, मेरे को तो किसी का फोन नहीं आया, अच्छा हुआ आपने किसी का फोन नहीं लगवाया। ये कौन सी बात होती? हम वही समझ गए थे कि इनको ऊपर से फोन आ चुका है। इन्होंने हमारे सामने, हमारे वकील के सामने बैठे बैठे हमारे फादर इन लॉ को बयान में घुमाने की कोशिश करी। हमारे वकील ने बीच में बोला जी कोई बीच में नहीं, आप बताइए वकील को कोई रोक सकता है बोलने से? बोले आप बीच में नहीं बोलेंगे। ऊपर से पेपर में तक फोटोज आई हैं, लोग बोल रहे हैं कि भाई साहब ये बंदे ने मर्डर किया है इतना बड़ा। ये देखिए सामने से फोटोज हैं, हत्यारों की फोटोज है। फोटोज दिखा, ये देखो, ये बंदे की साफ न्यूज़पेपर में फोटो आई है राजू शर्मा की, एंड ये कहा जा रहा है जी हमें ये मिल नहीं रहा। प्रशासन की, मेरा क्या प्रशासन सुता हुआ है या फिर प्रशासन चाहता है और इंसिडेंट ऐसा हो जाए फिर ऐसी कोई एक्शन न मांगे। तो इसके लिए हमने जो आपके साथ हमारा कन्वर्सेशन करने का मतलब सिर्फ इतना सा ये है कि हम प्रशासन से हाथ जोड़ के विनती करते हैं कि इस केस की गहराई से जांच पड़ताल की जाए। क्योंकि इस तरीके का व्यक्ति जो एक हत्यारा है, जो खुला घूम रहा है और कहीं दूर भी नहीं कि 250, 300, 500 किलोमीटर दूर बयान देके जाता है, आपकी कॉर्नर में बयान देके चले जाता है, आपकी लोकेशन। किस डेट को बयान हुए हैं बता सर? आज तारीख है 23, उसके हुए 22 तारीख को बयान सर, 21 तारीख को हुए सर, 21 तारीख को। और सर अगर ये बोलते हैं कि बयान नहीं हुए, जिस जगह पर बयान हुए वहां पे प्रॉपर सीसीटीवी फुटेज है। हालांकि हम इंक्वायरी इसकी दिल्ली से लगा रहे हैं, उसकी सीसीटीवी फुटेजेस जब निकलेगी आपको दिख जाएगा। और उन्होंने खुद कहा कि बहुत जल्दी में आया, 3 मिनट के अंदर उसने फटाफट बयान दिया, चला गया। मतलब आपको पता था कि मैं एक अधिकारी के सामने जा रहा हूं और बोल रहा हूं जल्दी जल्दी बयान ले लो, एक अधिकारी मेरे हिसाब से चलेगा? आप बताइए चलेगा? किसी की अप्रोच आती है ऊपर से, किसी का लिंक आता तब जाके फटाफट काम होता है। इस तरीके की चीजें, और पुलिस कहती है जी हमको तो पता ही नहीं। जब हमने वहां से इन्फॉर्म किया, हमने वहां बयान रिकॉर्ड नहीं कराया क्योंकि हमारी जहां से दिल्ली से हमारा केस ऑपरेट होता, हमने वहां इन्फॉर्म किया। उन्होंने कहा आपने वहां बयान नहीं देना है, हम यहां से जांच के आदेश अभी निकालते हैं। इसकी सारी की सारी जानकारी प्रशासन के पास है नहीं है हम नहीं जानते, लेकिन हम आप लोगों से रिक्वेस्ट करते हैं कि ये हमारी जो बात है प्रशासन तक पहुंचे और वो जागरूक हो और वो ढूंढे कि ये व्यक्ति जो अपने घर में है या अपने शहर में है वो
वही जानते हैं। ਤੁਸੀਂ ਡੀਜੀਪੀ ਤੱਕ ਵੀ ਅਪਰੋਚ ਕਰੋਗੇ? जी हाँ बिल्कुल करेंगे सर, बिल्कुल। ਜਦੋਂ ਮੇਰੇ ਫਾਦਰ ਵਾਲਾ ਇਨਸੀਡੈਂਟ ਹੋਇਆ ਮੈਂ ਡੀਜੀਪੀ ਪੰਜਾਬ ਸਰ ਤੋਂ ਐਪਲੀਕੇਸ਼ਨ ਲੈ ਕੇ ਗਈ ਸੀ ਕਿਉਂਕਿ ਮੇਰੀ ਇੱਥੇ ਐਫਆਈਆਰ ਐਕਸੈਪਟ ਹੀ ਨਹੀਂ ਕੀਤੀ ਜਾ ਰਹੀ ਸੀ। ਐਪਲੀਕੇਸ਼ਨ ਨੂੰ 4 ਤੋਂ 5 ਦਿਨ ਹੋ ਗਏ ਸੀ, ਉਸ ਤੋਂ ਬਾਅਦ ਜਾ ਕੇ ਨਾ ਐਫਆਈਆਰ ਕੱਟੀ ਜਦੋਂ मैं डीजीपी पंजाब 8वें दिन एफआईआर कटी है सर, 8वें दिन जिसके साथ हमला हुआ हो और ये देख परख के हुआ हो कि इसके घर में कोई नहीं है, तब उसके ऊपर जाकर के हमला कर रहे हैं। और ये बोला जा रहा है कॉम्प्रोमाइज को लेकर के। रात में 1:30 बजे जाकर के एक विक्टिम जिसका घर से निकलना प्रशासन की तरफ से मनाही है, वो 1:30 बजे थाने में जाकर के एप्लीकेशन देती है। वो बोलते जी वो तो बच गया, ढूंढ रहे हैं, मिला नहीं, जमानत ले लिया। 10वें दिन मर्डर कर देते हैं, फिर भी घूम रहे हैं, फिर जाकर के उल्टी इंक्वायरी बिठलवा रहे हैं किसी दूसरी जगह पर जाकर। सर कौन सा अन्याय हो रहा है? एंड सर जेड़ा राजू शर्मा आ मेरे फादर ਨੂੰ हर किसी को कि कोई बड़ा पॉलिटिशियन हर एक को फोन लगवा रहे कि ਤੁਸੀਂ ਰਾਜੀਨਾਮਾ ਕਰ ਲਓ, ਰਾਜੀਨਾਮਾ ਕਰ ਲਓ, ਆਪਣਾ ਕੇਸ ਵਾਪਸ ਲੈ ਲਓ। ਆ ਚੀਜ਼ਾਂ ਲਈ ਪ੍ਰਸ਼ਾਸਨ ਕੋਲੋਂ ਜਾ ਰਿਹਾ ਆ, ਅਰੈਸਟ ਹੋਣ ਲਈ ਪ੍ਰਸ਼ਾਸਨ ਉਹਨੂੰ ਨਹੀਂ ਫੜ ਪਾ ਰਿਹਾ। मतलब प्रशासन जानबूझ के चीज़ां कर रहा है कि दोबारा कपूरथला ਦੇ ਵਿੱਚ ਕੋਈ ਇਦਾਂ ਦਾ ਇਨਸੀਡੈਂਟ ਕਰ ਦੇ ਕਿਸੇ ਹੋਰ ਦੇ ਨਾਲ।